ਮੋਡਰਨਾ ਤੇ ਫਾਈਜ਼ਰ ਵੱਲੋਂ ਪੰਜਾਬ ਸਰਕਾਰ ਨੂੰ ਵੈਕਸੀਨ ਦੀ ਸਿੱਧੀ ਸਪਲਾਈ ਤੋਂ ਨਾ। ਮੋਡਰਨਾ ਨੇ ਕਿਹਾ ਕਿ ਸੂਬਿਆਂ ਨਾਲ ਨਹੀਂ, ਕੇਂਦਰ ਨਾਲ ਹੋਵੇਗੀ ਡੀਲ। ਸਿਹਤ ਮੰਤਰੀ ਬਲਬੀਰ ਸਿੱਧੂ ਬੋਲੇ, ਕੇਂਦਰ ਸਰਕਾਰ ਲਵੇ ਸਾਡੀ ਗਾਰੰਟੀ। ਹਿਸਾਰ 'ਚ ਕਿਸਾਨਾਂ ਤੇ ਪ੍ਰਸ਼ਾਸਨ ਦਰਮਿਆਨ ਹੋਇਆ ਸਮਝੌਤਾ। ਕਿਸਾਨਾਂ ਤੇ ਦਰਜ ਹੋਏ ਮਾਮਲੇ ਹੋਣਗੇ ਰੱਦ। 2 ਘੰਟੇ ਚੱਲੀ ਮੀਟਿੰਗ ਬਾਅਦ ਪ੍ਰਸ਼ਾਸਨ ਨੇ ਮੰਗੀਆਂ ਕਿਸਾਨਾਂ ਦੀਆਂ ਮੰਗਾਂ। 6 ਮਈ ਨੂੰ ਕਿਸਾਨ ਮਨਾਉਣਗੇ ਕਾਲਾ ਦਿਹਾੜਾ। ਪੀਐਮ ਨੂੰ ਲਿਖੀ ਚਿੱਠੀ ਬਾਅਦ ਮੋਰਚੇ ਦੇ ਲੀਡਰਾਂ 'ਚ ਮਤਭੇਦ। 9 ਮੈਂਬਰੀ ਕਮੇਟੀ ਤੋਂ ਨਾਰਾਜ਼ ਕਈ ਲੀਡਰ। ਬਿਨਾਂ ਵਿਚਾਰ ਦੇ ਫੈਸਲਾ ਲੈਣ ਤੋਂ ਖਫਾ। ਬੂਟਾ ਸਿੰਘ ਬੋਲੇ, ਇਤਰਾਜ਼ ਚਿੱਠੀ ਤੇ ਨਹੀਂ, ਲਿਖਣ ਦੇ ਤਰੀਕੇ ਤੇ ਹੈ। ਵੈਕਸੀਨ ਲਗਵਾਉਣ ਬਾਅਦ ਵੀ ਰਜਿਸਟ੍ਰੇਸ਼ਨ 'ਚ ਲੋਕਾਂ ਨੂੰ ਪੇਸ਼ ਆਈਆਂ ਦਿੱਕਤਾਂ। ਨਹੀਂ ਪਹੁੰਚ ਰਿਹਾ ਮੈਸੇਜ। ਮਹਿਕਮੇ ਨੇ ਬਣਾਇਆ ਡਾਟਾ ਸੈੱਲ। ਵੈਕਸੀਨ ਸਰਟੀਫਿਕੇਟ ਲੈਣ ਲਈ ਲੱਗੀਆਂ ਲੰਬੀਆਂ ਲਾਈਨਾਂ। ਸੀਐਮ ਤੋਂ ਜਵਾਬ ਦਾ ਭਰੋਸਾ ਮਿਲਣ ਬਾਅਦ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨੇ ਟਾਲਿਆ ਧਰਨਾ। ਵਿਧਾਇਕ ਪ੍ਰਗਟ ਸਿੰਘ ਨੇ 2 ਸਾਲ ਪੁਰਾਣਾ ਮਾਮਲਾ ਖੋਲ੍ਹਣ ਤੇ ਚੁੱਕੇ ਸਵਾਲ। ਮੰਤਰੀ ਚਰਨਜੀਤ ਸਿੰਘ ਚੰਨੀ ਖਿਲਾਫ #MeToo ਤਹਿਤ ਲੱਗੇ ਸਨ ਇਲਜ਼ਾਮ। ਕੋਰੋਨਾ ਵੈਕਸੀਨ ਦੀ ਕਮੀ ਚੱਲ ਰਹੀਆਂ ਸੂਬਾ ਸਰਕਾਰਾਂ ਨੂੰ ਹੁਣ ਵਿਦੇਸ਼ੀ ਕੰਪਨੀਆਂ ਨੇ ਵੀ ਝਟਕਾ ਦੇ ਦਿੱਤਾ ਹੈ। ਅਮਰੀਕਾ ਦੀ ਕੰਪਨੀ ਮੋਡਰਨਾ ਅਤੇ ਫਾਈਜ਼ਰ ਦੇ ਵੱਲੋਂ ਵੈਕਸੀਨ ਦੀ ਸਿੱਧੀ ਸਪਲਾਈ ਸੂਬਿਆਂ ਨੂੰ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ। ਮੋਡਰਨਾ ਵੱਲੋਂ ਕਿਹਾ ਗਿਆ ਹੈ ਕਿ ਡੀਲ ਸਿੱਧੀ ਕੇਂਦਰ ਦੇ ਨਾਲ ਹੋਏਗੀ, ਨਾ ਕਿ ਸੂਬਾ ਸਰਕਾਰਾਂ ਦੇ ਨਾਲ। ਕੈਪਟਨ ਸਰਕਾਰ ਦੇ ਵੱਲੋਂ ਸਪੁਤਨਿਕ V, ਫਾਈਜ਼ਰ, ਮੋਡਰਨਾ ਅਤੇ ਜੌਨਸਨ ਐਂਡ ਜੌਨਸਨ ਦੇ ਨਾਲ ਸੰਪਰਕ ਕੀਤਾ ਗਿਆ ਸੀ। ਸਾਰੇ ਸੂਬਿਆਂ ਦੇ ਵਿੱਚ ਲਗਾਤਾਰ ਕਮੀ ਪੇਸ਼ ਆ ਰਹੀ ਹੈ ਵੈਕਸੀਨ ਦੀ ਅਤੇ ਗਲੋਬਲ ਟੈਂਡਰ ਦੇ ਜ਼ਰੀਏ ਸੂਬਾ ਸਰਕਾਰਾਂ ਕੋਸ਼ਿਸ਼ ਦੇ ਵਿੱਚ ਸਨ ਕਿ ਇਹ ਜੋ ਕਮੀ ਹੈ ਉਸ ਨੂੰ ਪੂਰਾ ਕੀਤਾ ਜਾਏ, ਪਰ ਹੁਣ ਗੇਂਦ ਮੁੜ ਤੋਂ ਕੇਂਦਰ ਦੇ ਪਾਲੇ 'ਚ ਪਹੁੰਚ ਗਈ ਹੈ। It is like a direct order, but they have refused to deal with the state government. As per their communication, they will be dealing only with central government in this regard. लेकिन ऐसे उनका रिफ्यूज करना, मैं तो कहता हूँ ये भी इंसानियत के खिलाफ है। तो फर्ज बनता है कि सेंटर पूरा एक अच्छा रोल प्ले करके जहाँ कहाँ से भी उनको वैक्सीन मिलती है उसको लाके पंजाब को दे, हरियाणा को दे, हर स्टेट को दे इंडिया को। ਇਹ ਤੈਅ ਹੋ ਗਿਆ ਹੈ ਕਿ ਕੋਰੋਨਾ ਵੈਕਸੀਨ ਬਣਾਉਣ ਵਾਲੀਆਂ ਨਾਮੀ ਵਿਦੇਸ਼ੀ ਕੰਪਨੀਆਂ ਭਾਰਤ 'ਚ ਸੂਬਾ ਸਰਕਾਰਾਂ ਨੂੰ ਸਿੱਧੀ ਸਪਲਾਈ ਨਹੀਂ ਦੇਣਗੀਆਂ। ਅਮਰੀਕਾ 'ਚ ਮੋਡਰਨਾ ਅਤੇ ਫਾਈਜ਼ਰ ਕੰਪਨੀ ਨੇ ਪੰਜਾਬ ਸਰਕਾਰ ਨੂੰ ਈਮੇਲ ਭੇਜ ਕੇ ਅਜਿਹਾ ਕਰਨ ਤੋਂ ਕੋਰੀ ਨਾ ਕਰ ਦਿੱਤੀ ਹੈ। ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਦਿੱਲੀ ਸਣੇ ਉਹਨਾਂ ਸੂਬਾ ਸਰਕਾਰਾਂ ਲਈ ਇਹ ਵੱਡਾ ਝਟਕਾ ਹੈ ਜੋ ਗਲੋਬਲ ਟੈਂਡਰ ਤੇ ਟੇਕ ਲਾ ਕੇ ਬੈਠੀਆਂ ਸਨ ਕਿ ਸ਼ਾਇਦ ਇੰਜ ਹੀ ਸਹੀ ਵੈਕਸੀਨ ਦੀ ਥੋੜ ਪੂਰੀ ਹੋ ਜਾਏ। हमने मॉडर्ना को, फाइजर को और जॉनसन एंड जॉनसन को ईमेल भेजी, स्पुतनिक वालों को भी ईमेल भेजी है। मॉडर्ना ने कल एक अपने रिप्लाई ईमेल में के जरिए ये स्पष्ट किया है कि दे विल बी डीलिंग ओनली विद सेंट्रल गवर्नमेंट। आज जो एक और ईमेल आई है फाइजर की तरफ से, उन्होंने भी यही सेम चीज़ कही है कि फाइजर भी एज मॉडर्ना इज डूइंग इट, दे विल बी डीलिंग विद ओनली सेंट्रल गवर्नमेंट। तो ये दोनों मेल के रेफरेंस में हमने अभी सीधा जो एडिशनल सेक्रेटरी मिनिस्ट्री ऑफ हेल्थ में है, जो कि वैक्सीनेशन को डील करते हैं, मिस्टर मनोहर अगनानी, उनको भी मेल भेज दिया है कि वी वर ट्राइंग टू गेट दीज वैक्सीन फ्रॉम दिस मैन्युफैक्चरर्स, बट दे एज पर देयर रिप्लाई दे विल ओनली डील विद सेंट्रल गवर्नमेंट। तो उसके रेफरेंस में हमने उनको रिक्वेस्ट की है कि आप हमारे बिहाफ पे इनसे बात करें और अगर पॉसिबल है तो जितनी जल्दी हो सके ये वैक्सीन हमको मिल सके। ਕੋਰੋਨਾ ਦੀ ਵੈਕਸੀਨ ਦਾ ਮਸਲਾ ਵੀ ਕੇਂਦਰ ਅਤੇ ਸੂਬਾ ਸਰਕਾਰਾਂ ਦੀ ਖਿੱਚੋਤਾਣ 'ਚ ਫਸਦਾ ਨਜ਼ਰ ਆ ਰਿਹਾ ਹੈ। ਇੰਜੈਕਸ਼ਨ ਹੋਵੇ ਜਾਂ ਫਿਰ ਆਕਸੀਜਨ, ਜਿਨ੍ਹਾਂ ਸੂਬਿਆਂ 'ਚ ਗੈਰ ਬੀਜੇਪੀ ਸਰਕਾਰ ਹੈ ਉੱਥੇ ਕੇਂਦਰ ਤੇ ਪੱਖਪਾਤ ਦਾ ਇਲਜ਼ਾਮ ਲੱਗ ਰਿਹਾ ਹੈ। ਦੇਸ਼ ਦੇ ਜ਼ਿਆਦਾਤਰ ਸੂਬਿਆਂ 'ਚ ਕੋਰੋਨਾ ਵੈਕਸੀਨ ਦੀ ਕਮੀ ਹੈ। फाइनेंशियली इसमें कितना हम मान के चल रहे हैं, कितना फाइनेंस इन्वॉल्व होगा इस सारे एज ग्रुप को पंजाब में वैक्सीनेट करने के लिए जो पंजाब सरकार को स्पेंड करना है? तकरीबन जो एस्टीमेटेड है वो तकरीबन 1000 करोड़ का एक्सपेंडिचर आएगा इस पे। ਪੰਜਾਬ 'ਚ ਕੋਰੋਨਾ ਵੈਕਸੀਨ ਦਾ ਤੀਜਾ ਪੜਾਅ ਸ਼ੁਰੂ ਹੁੰਦਿਆਂ ਹੀ ਜ਼ਿਆਦਾਤਰ ਸੈਂਟਰਾਂ ਬਾਹਰ ਬੋਰਡ ਲੱਗ ਗਏ ਕਿ ਦਵਾਈ ਮੁੱਕ ਗਈ ਹੈ। ਕੋਵੈਕਸੀਨ ਅਤੇ ਕੋਵਿਸ਼ੀਲਡ ਦੋਵੇਂ ਵੈਕਸੀਨ ਨਿਰਮਾਤਾ ਕੰਪਨੀਆਂ ਸਟਾਕ ਨਹੀਂ ਦੇ ਪਾ ਰਹੀਆਂ, ਪਰ ਕਾਨੂੰਨੀ ਦਾਅ ਪੇਚ 'ਚ ਫਸਣ ਤੋਂ ਬਚਣ ਲਈ ਸਿੱਧਾ ਸੂਬਿਆਂ ਨਾਲ ਡੀਲ ਕਰਨ ਤੋਂ ਵਿਦੇਸ਼ੀ ਕੰਪਨੀਆਂ ਵੀ ਗੁਰੇਜ਼ ਕਰ ਰਹੀਆਂ ਨੇ। ਵੈਕਸੀਨ ਵਾਲੀ ਗੇਂਦ ਹੁਣ ਮੁੜ ਤੋਂ ਕੇਂਦਰ ਦੇ ਪਾਲੇ 'ਚ ਪਹੁੰਚ ਗਈ ਹੈ।
तो उनको चाहिए कि नहीं, स्टेट गवर्नमेंट को हम अलाउ कर देंगे, आप इनको वैक्सीन दें, हमारी इसके साथ गारंटी है, जो आपकी पेमेंट है या जिसने भी आपका जो पेपर डॉक्यूमेंट कार्रवाई है हम पूरी कराएंगे। इनको इनिशिएटिव लेने की ज़रूरत है। हम तो सरकार हमारी दिल्ली से कुछ नहीं मांग रही थी, इसमें तो पैसा तो हमारी गवर्नमेंट, स्टेट गवर्नमेंट ने खर्च करना था, तो लेकिन इसलिए उनको हमारी गारंटी देनी चाहिए। लेकिन ऐसे उनका रिफ्यूज करना, मैं तो कहता हूँ ये भी इंसानियत के खिलाफ है। ਜਿਨ੍ਹਾਂ ਵੈਕਸੀਨ ਕੰਪਨੀਆਂ ਨਾਲ ਪੰਜਾਬ ਸਰਕਾਰ ਨੇ ਰਾਬਤਾ ਕੀਤਾ ਸੀ ਉਹਨਾਂ 'ਚ ਫਾਈਜ਼ਰ, ਮੋਡਰਨਾ ਅਤੇ ਰੂਸ ਦੀ ਸਪੁਤਨਿਕ ਵੀ ਸੀ ਅਤੇ ਇਹਨਾਂ ਦਵਾਈਆਂ ਦੇ ਨਤੀਜੇ ਵੀ ਕਾਫੀ ਕਾਰਗਰ ਮੰਨੇ ਗਏ ਨੇ। ਫਾਈਜ਼ਰ ਦੀ ਵੈਕਸੀਨ 95% ਸਫਲ ਦੱਸੀ ਜਾ ਰਹੀ ਹੈ ਤੇ ਮੋਡਰਨਾ ਦੀ ਵੈਕਸੀਨ 94.5% ਅਤੇ ਰੂਸ ਦੀ ਸਪੁਤਨਿਕ ਵੀ 92% ਸਫਲ ਮੰਨੀ ਜਾ ਰਹੀ ਹੈ। ਕਈ ਮੁਲਕ ਆਪਣੇ ਦੇਸ਼ਾਂ 'ਚ ਵੈਕਸੀਨ ਮੁਫਤ ਦੇ ਰਹੇ ਨੇ, ਪਰ ਹੋਰਨਾਂ ਦੇਸ਼ਾਂ ਦੇ ਲਈ ਕੀਮਤ ਹੈ। रूस च स्पुतनिक भी मुफ्त है, पर होरना मुल्कां दे लई $7.50 की कीमत रखी गई है। फाइजर दी एक डोज की कीमत $15 है, जदों कि मॉडर्ना की कीमत $33 है। हिसार दे विच प्रदर्शन कर रहे किसानां दी मंग हरियाणा सरकार ने मान लई है। हरियाणा सरकार किसानां दे प्रदर्शन दे अगे झुकदी नजर आई। कई घंटे बैठक चली प्रशासनिक अफसरां अते पुलिस अफसरां दे नाल। बीते एतवार नूं किसानां ते FIR दर्ज कीतीआं गईआं सन, जिन्हां नूं रद्द कराउण दे लई हरियाणा दे हिसार दे विच किसानां दे वल्लों प्रदर्शन कीता गया। एतवार नूं जदों मुख मंत्री खट्टर हस्पताल दा उद्घाटन करन पहुंचे सन तां हांसी दे विच ही किसानां ने प्रदर्शन कीता। इस मौके ते पुलिस दे वल्लों किसानां ते लाठी चार्ज होया, फिर FIR भी दर्ज कर ली गई ते इसे गुस्से दे विच किसान अज मुड़ तो डटे सन। हिसार च किसानां दा शक्ति प्रदर्शन है, जिस दे सामने हरियाणा सरकार झुकदी नजर आई। हिसार च मुजाहराकारी किसानां ते दर्ज मामले 1 महीने दे अंदर रद्द करन ते सहमति बनी है। किसानां दी 26 मैंबरी कमेटी अंदर हिसार रेंज दे IG ਅਤੇ SP ਦੇ ਨਾਲ मीटिंग कर रही सी ते बाहर किसानां दा ठाठा मारदा इकट्ठ सी, पर आखिर सुलह हो ही गई। वे स्टेज के किसी का होगा तो ये है कि जो लीगल वो होती है ओपिनियन लेके यहाँ से जाकर 1 महीने के टाइम में पूरे वापसी हो जाएंगे। तो पुलिस पर्चे हुए किसानों के एजुकेशनों में हिसार में 1 महीने के बीच में वो सारे केस वापस होने हैं। वो जो कानूनी प्रोसेस है पूरा किया जाएगा। जो 16 तारीख को लाठीचार्ज हुआ, इसका पर्चा वापस होना 1 हफ्ते के बीच में प्रोसेस के होगा। उसका कैंसिलेशन का क्या होता है वो 1 हफ्ता में किया जाएगा। जितना व्हीकल टूटा है पुलिस ने तोड़ा है लाठी मार के, उनकी जो तो कंपोजिशन है, जितनी नुकसान हुआ है वो सारे का सारा मामला लेना है उनसे। इस 1 बातें मानी गई। 16 मई ਨੂੰ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਹਿਸਾਰ 'ਚ ਹਸਪਤਾਲ ਦਾ ਉਦਘਾਟਨ ਕਰਨ ਜਾ ਰਹੇ ਸਨ। ਰਾਹ 'ਚ ਹਾਂਸੀ 'ਚ ਕਿਸਾਨਾਂ ਨੇ ਪ੍ਰਦਰਸ਼ਨ ਕੀਤਾ, ਪੁਲਿਸ ਨੇ ਬੈਰੀਕੇਡਿੰਗ ਕੀਤੀ, ਕਿਸਾਨਾਂ ਤੇ ਅਥਰੂ ਗੈਸ ਦੇ ਗੋਲੇ ਦਾਗੇ, ਕਈ ਕਿਸਾਨ ਲਹੂ-ਲੁਹਾਨ ਵੀ ਹੋ ਗਏ। ਮਾਮਲੇ ਦਰਜ ਹੋਏ ਤੇ ਉਸੇ ਦਾ ਨਤੀਜਾ ਇਹ ਕੱਟ ਸੀ, पर क्योंकि कोरोना दी लहर है ते कहर भी खूब है, बावजूद इस दे एहतियात कोई नहीं सी। सवाल लीडरां ते होया कि आखिर क्यों किसानां दी सेहत खतरे च पाई जा रही है, तो जवाब च सवाल सरकारां ते उठे ने। तो पुलिस प्रशासन भी था, भी मौजूद क्यों बुलवाए पुलिस प्रशासन ने, इनको पता नहीं। पुलिस प्रशासन बुलवाएगा यहाँ पे तो लोग भी इकट्ठे होंगे। किसान बजिद ने कि हालात भावें किहो जे भी होण, वो डटे रहणगे, प्रदर्शन करते रहणगे, पर कानून रद्द करवाए बिना पिछे नहीं मुड़नगे। ਇੱਥੇ ਰੁਕਦੇ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ, ਪਰ ਬ੍ਰੇਕ ਦੇ ਉਸ ਪਾਰ ਦਿਖਾਵਾਂਗੇ ਕਿ ਕਿਸਾਨ ਮੋਰਚੇ ਦੇ ਏਕੇ ਤੇ ਕਿਉਂ ਉੱਠੇ ਨੇ ਸਵਾਲ। कि 2 ਧੜਿਆਂ ਦੇ ਵਿੱਚ ਵੰਡਿਆ ਜਾ ਚੁੱਕਿਆ ਕਿਸਾਨ ਅੰਦੋਲਨ। ਕਿ ਕਿਸਾਨ ਅੰਦੋਲਨ ਦੀ 9 ਮੈਂਬਰੀ ਕਮੇਟੀ ਆਪਣੀ ਮਨਮਰਜ਼ੀ ਦੇ ਨਾਲ ਫੈਸਲੇ ਲੈ ਰਹੀ ਹੈ। ਇਹ ਸਵਾਲ ਉੱਠੇ ਨੇ ਪ੍ਰਧਾਨ ਮੰਤਰੀ ਨੂੰ ਭੇਜੀ ਗਈ ਚਿੱਠੀ ਤੋਂ ਬਾਅਦ, ਜਿਸ ਚਿੱਠੀ ਦੇ ਵਿੱਚ ਮੁੜ ਤੋਂ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਨ ਦੀ ਅਪੀਲ ਕੀਤੀ ਗਈ ਸੀ। ਪਰ ਹੁਣ ਮੋਰਚੇ ਦੇ ਨਾਲ ਜੁੜੇ ਹੋਏ ਕੁਝ ਲੀਡਰਾਂ ਨੇ ਸਵਾਲ ਖੜੇ ਕਰ ਦਿੱਤੇ ਨੇ। ਕੀ ਨੇ ਇਹ ਮਤਭੇਦ, ਦਿਖਾਉਂਦੇ ਇਸ ਰਿਪੋਰਟ ਦੇ ਵਿੱਚ।
ਇਹ ਉਹ ਚਿੱਠੀ ਹੈ ਜਿਸ ਨੇ ਸਵਾਲ ਖੜਾ ਕਰ ਦਿੱਤਾ ਹੈ ਕਿਸਾਨੀ ਅੰਦੋਲਨ ਦੇ ਏਕੇ ਤੇ। ਸ਼ੁੱਕਰਵਾਰ ਨੂੰ ਕਿਸਾਨਾਂ ਵੱਲੋਂ ਪ੍ਰਧਾਨ ਮੰਤਰੀ ਨੂੰ ਇਹ ਚਿੱਠੀ ਘੱਲੀ ਗਈ ਦੁਬਾਰਾ ਗੱਲਬਾਤ ਸ਼ੁਰੂ ਕਰਨ ਦੇ ਲਈ। ਕਿਸਾਨਾਂ ਦੀ 9 ਮੈਂਬਰੀ ਕਮੇਟੀ ਨੇ ਪ੍ਰਧਾਨ ਮੰਤਰੀ ਦੇ ਨਾਮ ਚਿੱਠੀ ਲਿਖੀ। ਸੰਯੁਕਤ ਕਿਸਾਨ ਮੋਰਚਾ ਚਾਹੁੰਦਾ ਹੈ ਕਿ ਗੱਲਾਂ ਬਾਤਾਂ ਦਾ ਜੋ ਦੌਰ 4 ਮਹੀਨੇ ਪਹਿਲਾਂ ਰੁਕਿਆ ਸੀ ਉਹ ਮੁੜ ਤੋਂ ਸ਼ੁਰੂ ਹੋਵੇ। ਸਰਕਾਰ ਵੱਲੋਂ ਗੱਲਬਾਤ ਦਾ ਰਸਤਾ ਬੰਦ ਹੋਇਆ, ਅਸੀਂ ਕਦੀ ਇਨਕਾਰ ਨਹੀਂ ਕੀਤਾ ਗੱਲਬਾਤ ਤੋਂ। ਔਰ ਅਸੀਂ ਰੀਸੈਂਟਲੀ ਇੱਕ ਚਿੱਠੀ ਲਿਖ ਕੇ ਵੀ ਪ੍ਰਧਾਨ ਮੰਤਰੀ ਨੂੰ ਕਿਹਾ ਬਈ ਤੁਹਾਡੀ ਉਹ ਜਿਹੜੀ ਇੱਕ ਕਾਲ ਦੀ ਦੂਰੀ ਹੈ ਉਹ ਕਿੱਥੇ ਹੈ, ਸਾਨੂੰ ਦੱਸੋ, ਅਸੀਂ ਗੱਲਬਾਤ ਲਈ ਤਿਆਰ ਹਾਂ। ਪਰ ਜੇ ਤੁਸੀਂ ਹਾਲੇ ਵੀ ਗੱਲਬਾਤ ਨਹੀਂ ਕਰੋਗੇ ਤਾਂ ਅਸੀਂ ਬੰਗਾਲ 'ਚ ਚਾੜਾ ਛਕਾਤਾ। ਯੂਪੀ ਦੀਆਂ ਪੰਚਾਇਤ ਇਲੈਕਸ਼ਨਾਂ ਵਿੱਚ ਅੰਦੋਲਨ ਦਾ ਹੀ ਅਸਰ ਸੀ, ਕਿਉਂਕਿ ਯੂਪੀ ਦੇ ਲੋਕ ਉੱਥੇ ਆ ਕੇ ਬਹਿੰਦੇ ਨੇ, ਉੱਥੇ ਬੁਰੀ ਤਰ੍ਹਾਂ ਪੰਚਾਇਤ ਇਲੈਕਸ਼ਨ ਵੀ ਹਾਰੇ। ਜੇ ਹਾਲੇ ਵੀ ਇਹ ਠੀਕ ਰਾਹ ਤੇ ਨਹੀਂ ਆਉਣਗੇ ਤਾਂ ਅਸੀਂ ਯੂਪੀ ਔਰ ਉੱਤਰਾਖੰਡ ਵਾਲੇ ਪਾਸੇ ਕੰਪੇਨ ਸ਼ੁਰੂ ਕਰਨ ਵਾਲੇ ਹਾਂ। ਆਉਂਦੀਆਂ ਇਲੈਕਸ਼ਨਾਂ ਤੱਕ ਇਹਨਾਂ ਦਾ ਉੱਥੇ ਵੀ ਮਾਂਜਾ ਫੇਰ ਦਿਆਂਗੇ, ਹੌਲੀ ਹੌਲੀ ਸਾਰੇ ਦੇਸ਼ 'ਚੋਂ ਪੱਟ ਦਿਆਂਗੇ। ਇੱਕ ਗੱਲ, ਇਹਨੂੰ ਹੋਰ ਅੱਗੇ ਵਧਾਉਣ ਵਾਸਤੇ ਅਸੀਂ ਇੱਕ ਨੈਸ਼ਨਲ ਕਨਵੈਨਸ਼ਨ ਕਰਨ ਵਾਲੇ ਹਾਂ, ਸਾਰੀਆਂ ਦੇਸ਼ ਦੀਆਂ ਜਥੇਬੰਦੀਆਂ ਦੀ ਕਿਸਾਨ। ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ, ਤੁਹਾਡੇ ਪਾਰਟ ਤੇ ਗੱਲਬਾਤ ਦਾ ਰਸਤਾ ਬੰਦ ਹੋਇਆ, ਅਸੀਂ ਗੱਲਬਾਤ ਲਈ ਤਿਆਰ ਹਾਂ। ਡੈਮੋਕ੍ਰੇਸੀ ਦੇ ਵਿੱਚ ਸਰਕਾਰਾਂ ਦੇ ਕੋਲੋਂ ਇਹ ਆਸ ਨਹੀਂ ਹੁੰਦੀ ਵੀ ਉਹ ਕਿਤੇ ਬੈਠ ਕੇ ਮੇਜ਼ ਤੇ ਗੱਲਬਾਤ ਨਾ ਕਰਨ, ਭੱਜਣ ਮੈਦਾਨੋਂ। ਤੇ ਅਸੀਂ ਉਹਨਾਂ ਦੇ ਇਸ ਰਵੱਈਏ ਦੀ ਨਿੰਦਾ ਕੀਤੀ ਹੈ। ਉਹਨਾਂ ਨੂੰ ਕਿਹਾ ਵੀ ਤੁਹਾਡਾ ਰਵੱਈਆ ਜਿਹੜਾ ਉਹ ਤਾਨਾਸ਼ਾਹੀ ਵਾਲਾ, ਡੈਮੋਕ੍ਰੇਸੀ 'ਚ ਇੱਦਾਂ ਦਾ ਨਹੀਂ ਹੁੰਦਾ। ਤੇ ਜੇ ਨਹੀਂ ਤੁਸੀਂ ਕਰੋਗੇ ਤਾਂ ਫਿਰ ਅਸੀਂ ਪ੍ਰੋਗਰਾਮ ਬਾਰੇ ਜ਼ਿਕਰ ਕੀਤਾ, ਅਸੀਂ ਤੁਹਾਡੇ ਖਿਲਾਫ ਇਹ ਕਰਨ ਵਾਲੇ। ਮੋਰਚਾ ਚੱਲ ਰਿਹਾ, ਮੋਰਚੇ ਦੇ ਸੰਬੰਧ 'ਚ ਵੱਡਾ ਇਕੱਠ ਹੋਇਆ ਇਹ ਬਸ ਸ਼ੁਰੂ ਕਰਤਾ ਜੀ। ਹਾਂ ਬਸ ਇਹ ਤਾਂ ਸਮਝੋ ਸ਼ੁਰੂ ਹੈ, ਸਾਰੇ ਹੁਣ ਜਾ ਰਹੇ ਨੇ, ਜਥੇ ਹੁਣੇ ਸ਼ੁਰੂ ਹੋ ਗਏ। ਚਿੱਠੀ ਤੇ ਕੇਂਦਰ ਵੱਲੋਂ ਵੀ ਜਵਾਬ ਆ ਗਿਆ ਹੈ। ਖੇਤੀ ਮੰਤਰੀ ਨੇ ਫਿਰ ਉਹੀ ਦੁਹਰਾਇਆ ਜੋ ਕੇਂਦਰ ਅੱਧੇ ਸਾਲ ਤੋਂ ਕਹਿੰਦਾ ਆ ਰਿਹਾ है। और उसके बाद हमने कहा कि अब आपके पास कोई प्रस्ताव हो तो आप अपना प्रस्ताव बताइए। अभी तक प्रस्ताव आया नहीं है, जब प्रस्ताव आएगा तो बातचीत करेंगे। नहीं, आपने जो प्रस्ताव दिया था वो ये था कि स्थगित करेंगे कानून को और थ्रेडबेयर एक एक पॉइंट पे बात करें, तो वो प्रस्ताव लेकिन आप लोग का अभी भी किसानों के साथ है और उस पर किसान चाहे तो बात। देखिए, दरअसल क्या है कि कुल मिला के हमने जो प्रस्ताव दे दिया, अब उस पर उनकी सकारात्मक टिप्पणी हो और अगर वो पसंद नहीं है तो उसके बाद उनका क्या प्रस्ताव है रिपील के अतिरिक्त वो उन्हें बताना चाहिए, तभी चर्चा हो। वो कह रहे हैं पर इस चिट्ठी ते मोर्चे 'ਚ बवाल हो गया। कई किसान लीडर इल्जाम ला रहे ने कि चिट्ठी बिना विचार चर्चा दे भेज दी गई। कमेटी ने खुद ही फैसला ले लिया। वैसे संयुक्त किसान मोर्चे 'ਚ शामिल 30 ਤੋਂ ਵੱਧ ਜਥੇਬੰਦੀਆਂ ਨੇ ਇਸੇ ਕਮੇਟੀ ਨੂੰ ਅੰਦੋਲਨ ਬਾਬਤ ਫੈਸਲੇ ਲੈਣ ਦਾ ਅਖਤਿਆਰ ਦਿੱਤਾ ਹੋਇਆ ਹੈ। ਪਰ ਹੁਣ ਪੰਜਾਬ ਦੇ ਕੁਝ ਕਿਸਾਨ ਲੀਡਰ ਹੀ ਸਵਾਲ ਚੁੱਕ ਰਹੇ ਨੇ। देखो, ये अंदरूनी मामला है। अंदरूनी मामले ਨੂੰ ਅਸੀਂ ਪ੍ਰੈਸ पर नहीं उछालना चाहते। एक पत्र लिखा था कि किसने फैसला किया, उस ढंग तरीका जो अपनाया गया वो ठीक नहीं है। प्रधानमंत्री को पत्र भेजने के लिए कोई वाद विवाद नहीं है, तो पत्र किसने लीक किया, क्यों लीक किया, इसकी पड़ताल करेंगे। अगर पड़ताल में दोषी पाया गया तो उसको सजा जरूर मिलेगी। इस विवाद ते भी संयुक्त किसान मोर्चे ने केंद्र सरकार ਨੂੰ ਹੀ ਘੇਰਿਆ। ਬੇਵਜ੍ਹਾ ਮਾਮੂਲੀ ਮਨਮੁਟਾਵ ਨੂੰ ਵਧਾਵਾ ਦੇ ਦੋ ਫਾੜ ਕਰਨ ਦੀ ਕੋਝੀ ਕੋਸ਼ਿਸ਼ करार ਦਿੱਤਾ है। कुछ साथी होते हैं, वो इंटरनल मामला है हमारा। एसकेएम के फैसला हुआ है, उस पर लेटर लिखा गया है, लेटर भी 2 लिखा गया है। जब वो सरकार सुन ही नहीं रही कोई बात, तो कम से कम वो सरकार कोई और मीडिया करने के लिए बैठे हैं। सरकार अपनी बातचीत करे। टेबल टॉक से सरकार भागी है, ना कि किसान जथेबंदियां, ना किसान भागे। सरकार एक नाराज नहीं चल रहा। वो ऐसी बात आपकी मीडिया के बीच कैसे आई कैसे नहीं आई हमें नहीं मालूम। एसकेएम की मीटिंग है, 31 तारीख को यहाँ फाइनल मीटिंग रखी है हमने। 26 को ब्लैक डे मनाने के लिए उसके बाद एकत्र होंगे और सभी उसमें आगे हिस्सा लेंगे। सरकार कोरोना महामारी ਦਾ ਹਵਾਲਾ ਦੇ ਕੇ ਕਿਸਾਨੀ ਅੰਦੋਲਨ ਤੇ ਕਈ ਦਫਾ ਸਵਾਲ ਖੜੇ ਕਰ ਚੁੱਕੀ ਹੈ। ਕੇਂਦਰ ਦੇ ਮੰਤਰੀਆਂ ਤੋਂ ਲੈ ਕੇ ਪੰਜਾਬ ਸਰਕਾਰ ਦੇ ਮੰਤਰੀਆਂ ਨੂੰ ਵੀ ਕਿਸਾਨ ਤਾੜਨਾ ਕਰ ਚੁੱਕੇ ਨੇ ਕਿ ਕੋਰੋਨਾ ਤੋਂ ਬਚਣ ਲਈ ਉਹਨਾਂ ਕੋਲ ਤਾਂ ਬਹੁਤ ਹੱਲ ਨੇ ਜੋ ਸਰਕਾਰ ਕੋਲ ਵੀ ਨਹੀਂ ਨੇ। ਸਾਡੇ ਜਿਹੜੇ ਸੈਂਟਰ ਨੇ, ਜਿੱਥੇ ਜਿੱਥੇ ਅਸੀਂ ਨਾਕਿਆਂ ਤੇ ਬੈਠੇ ਆ, ਜਿੰਨਾ ਵਧੀਆ ਅਰੇਂਜਮੈਂਟ ਅਸੀਂ ਕੋਵਿਡ ਤੋਂ ਬਚਾਅ ਲਈ ਅਸੀਂ ਕੀਤਾ ਹੋਇਆ, ਸਰਕਾਰ ਦਾ ਕਿਤੇ ਸਾਰੇ ਦੇਸ਼ ਵਿੱਚ ਉਦਾਂ ਦਾ ਬਚਾਅ ਕਰਨ ਦੇ ਸਾਧਨ ਲੱਭਦੇ ਨਹੀਂ। ਲੱਖਾਂ ਰੁਪਏ ਦਾ ਕਾੜਾ
हर रोज बिला नागा ਅਸੀਂ ਧੱਕੇ ਨਾਲ ਸਾਰੇ ਜਿੰਨੇ ਉੱਤੇ ਅੰਦੋਲਨਕਾਰੀ ਬੈਠੇ ਨੇ ਸਵੇਰੇ ਉਹਨਾਂ ਨੂੰ ਕਾੜਾ ਪਿਲਾਉਂਦੇ ਆ ਔਰ ਲੱਖਾਂ ਰੁਪਏ ਦੀਆਂ ਅਸੀਂ ਦਵਾਈਆਂ ਵਿਟਾਮਿਨ A C D ਡੋਲੋ ਇਹ ਗੋਲੀਆਂ ਸਾਰੀਆਂ ਅਸੀਂ ਰੋਜ਼ ਵੰਡਦੇ ਹਾਂ। ਸਰਕਾਰ ਦੱਸੇ ਪੰਜਾਬ ਦੇ ਕਿਸੇ ਸ਼ਹਿਰ 'ਚ ਜਾਂ ਕਿਸੇ ਪਿੰਡ ਵਿੱਚ ਕਿਤੇ ਵੀ ਇਹਨਾਂ ਨੇ ਕਿਸੇ ਨੂੰ ਕੋਈ ਫ੍ਰੀ ਦਵਾਈ ਦਿੱਤੀ ਹੈ? लोगों के बचाव के साधन सरकार ने अपने को किते प्रोवाइड किए हैं। पिछले 6 महीने से दिल्ली की सीमाओं पर किसान आंदोलन चल रहा है। केंद्र सरकार और किसानों की 40 सदस्यीय कमेटी के बीच 11 दौर की बातचीत हो चुकी है, लेकिन नतीजा कुछ नहीं निकला, क्योंकि किसान तीनों कृषि कानूनों को रद्द करने की मांग पर अड़े हुए हैं और केंद्र सरकार उनसे कोई दूसरा विकल्प सुझाने को कह रही है। लिहाजा मसला जहां का तहां खड़ा है। ਭਾਰਤ ਦੇ ਵਿੱਚ ਕੋਰੋਨਾ ਦੀ ਦੂਜੀ ਲਹਿਰ ਦਾ ਕਹਿਰ ਹੈ ਕਿ ਹਰ ਜਗ੍ਹਾ ਲਾਈਨਾਂ ਲੱਗੀਆਂ ਨਜ਼ਰ ਆਉਂਦੀਆਂ ਨੇ, ਫਿਰ ਚਾਹੇ ਹਸਪਤਾਲ ਹੋਣ, ਦਵਾਈ ਦੀਆਂ ਦੁਕਾਨਾਂ ਹੋਣ ਜਾਂ ਫਿਰ ਕੋਰੋਨਾ ਤੋਂ ਬਚਾਅ ਦੇ ਲਈ ਵੈਕਸੀਨ ਲੈਣ ਵਾਲੀਆਂ ਲਾਈਨਾਂ ਹੀ ਕਿਉਂ ਨਾ ਹੋਣ। ਪਰ ਹੁਣ ਇੱਕ ਥਾਂ ਤੇ ਕਤਾਰ ਹੋਰ ਲੱਗ ਰਹੀ ਹੈ, ਉਹ ਇਹ ਕਿ ਜਿਨ੍ਹਾਂ ਲੋਕਾਂ ਨੂੰ ਵੈਕਸੀਨ ਲੱਗ ਵੀ ਗਈ ਹੈ ਉਹਨਾਂ ਦੀ ਰਜਿਸਟ੍ਰੇਸ਼ਨ ਨਹੀਂ ਹੋ ਰਹੀ, ਉਹਨਾਂ ਨੂੰ ਵੈਕਸੀਨ ਲੱਗੇ ਹੋਣ ਦਾ ਸਰਟੀਫਿਕੇਟ ਨਹੀਂ ਮਿਲ ਰਿਹਾ। ਇਸ ਲਈ ਲੋਕ ਖੱਜਲ ਖਵਾਰ ਹੋ ਰਹੇ ਨੇ, ਲੰਬੀਆਂ ਲਾਈਨਾਂ ਦੇ ਵਿੱਚ ਲੱਗ ਰਹੇ ਨੇ। ਹਾਲਾਂਕਿ ਪੰਜਾਬ ਦੇ ਵਿੱਚ ਹੁਣ ਇਸ ਦੇ ਲਈ ਡਾਟਾ ਸੈੱਲ ਬਣਾ ਦਿੱਤਾ ਗਿਆ ਜੋ ਇਸ ਤੇ ਨਿਗਾਹ रखेगा, पर लोकां नूं नित खूब खज्जल खुआरी हो रही है। ਵੈਕਸੀਨੇਸ਼ਨ ਸੈਂਟਰ ਦੇ ਬਾਹਰ ਇਹ ਲਾਈਨਾਂ ਉਹਨਾਂ ਲੋਕਾਂ ਦੀਆਂ ਨਹੀਂ ਨੇ ਜੋ ਟੀਕਾ ਲਗਵਾਉਣ ਆਏ ਨੇ, ਸਗੋਂ ਹੁਣ ਇੱਕ ਹੋਰ ਮਸਲਾ ਖੜਾ ਹੋ ਗਿਆ। ਇਹ ਕਤਾਰ ਹੈ ਉਹਨਾਂ ਲੋਕਾਂ ਦੀ ਜਿਨ੍ਹਾਂ ਨੂੰ ਵੈਕਸੀਨ ਤਾਂ ਲੱਗ ਗਈ ਹੈ ਪਰ ਅਜੇ ਤੱਕ ਕੋਈ ਮੈਸੇਜ ਨਹੀਂ ਆਇਆ, ਰਜਿਸਟ੍ਰੇਸ਼ਨ ਨਹੀਂ ਹੋ ਸਕੀ ਹੈ। ਸਰਟੀਫਿਕੇਟ ਹਾਸਲ ਕਰਨ ਲਈ ਮੁਹਾਲੀ ਦੇ ਟੀਕਾਕਰਨ ਕੇਂਦਰ ਦੇ ਕਈ ਚੱਕਰ ਲਾ ਚੁੱਕੇ ਨੇ। ਟੀਕਾ ਲਗਵਾਏ ਨੂੰ 10 ਤੋਂ 15 ਦਿਨ ਹੋ ਗਏ ਨੇ ਪਰ ਅਜੇ ਤੱਕ ਵੀ ਰਜਿਸਟ੍ਰੇਸ਼ਨ नहीं हुई। सर मैंने वैक्सीन लगवाई थी 7 तारीख को इसी मंथ में, और 3-4 दिन वेट करने के बाद इन्होंने कहा था कि उसी टाइम मैसेज आ जाएगा, बट मैसेज नहीं आया। तो मेरे को ज़रूरत थी सर्टिफिकेट की, मेरे को ट्रैवल करना होता है। तो फिर मैंने 13 तारीख को खुद यहाँ पे आके पता किया था इनका कि मतलब अभी तक मैसेज क्यों नहीं आया है जो भी है। तो पहले तो ये बोल रहे थे कि हमारा अभी सेंटर शिफ्ट हो रहा है, एम्प्लॉयज़ की कमी है, इसलिए अभी डाटा अपडेट नहीं हुआ है, हो जाएगा, अपना मैसेज आ जाएगा। तो मैंने इनको काफ़ी रिक्वेस्ट की, इनके सीनियर डॉक्टर थे उनसे बात करके वो बोला इनको कि हमें तो ज़रूरत पड़ती है सर्टिफिकेट की, तो हमें पुलिस वाले भी रोकते हैं तो बताना पड़ता है। आज मेरे कुलीग हैं उनका मैंने पता करने आया था, इधर काम से आया हुआ था, तो उन्होंने कहा था कि मेरा पता कर दो। उनको 8 तारीख को वैक्सीन लगी थी और आज तक उनको मैसेज नहीं आया है। तो मैं अभी वही इनसे करवाने के लिए आया था और इनके पास कोई रिकॉर्ड नहीं है। जब सर्च कर रहे हैं ना नेट तो कहते कि हमारे पास यहाँ पे अपडेटेड नहीं है डाटा। लाइनों में तो खड़ा कर देते हैं, मेन रोड से लेके अंदर तक लाइन लगी हुई है, बंदों को 2-2, 3-3 घंटे वेट करके वैक्सीनेट कर रहे हैं। उसके बाद 10 दिन, मेरी 10 तारीख को लगी थी, अभी तक मेरे पास मैसेज भी नहीं आया उसका। तो अभी मैं मैसेज का पता करने आई, इधर गई तो कह रहे हैं कि आपको फिर से रजिस्टर करवाना पड़ेगा, आपने खुद रजिस्टर किया था। तो अगर हम खुद रजिस्टर कर रहे हैं तो हमारी वो ऐप खुद की नहीं है, इन्होंने बनाई तभी हम उस पर रजिस्टर कर रहे हैं। लेकिन अब फिर कह रहे हैं कि आपको फिर से रजिस्टर करना पड़ेगा यहाँ पे, और उसके बाद क्या होएगा कि आपको बाहर से फॉर्म मिलेगा, करके अपने एरिया के किसी भी SDM या किसी के साइन करवा के लेके आओ जो लिस्ट में नाम है इनके। और मेरा मैसेज आने के बाद भी मुझे अभी तक भी नॉट वैक्सीनेटेड दिखाया जा रहा है। मेरा एज गलत लगी हुई थी इसलिए, और सुबह मैसेज नहीं आया था इसलिए। तो आपको जब 6 मई को वैक्सीन लगी है उसके बाद आपको SMS कोई नहीं आया कि आपको वैक्सीन लग गई है? नहीं, कोई SMS नहीं आया था, और तीसरी बार मैं आया हूँ तो अब ठीक हुआ। मई महीने 'ਚ ਮੁਸ਼ਕਿਲ ਵੱਧ ਪੇਸ਼ ਆਈ ਹੈ। ਸਿਹਤ ਮਹਿਕਮਾ ਪਰੇਸ਼ਾਨੀ ਤੋਂ ਵਾਕਿਫ ਹੈ। ਜਦੋਂ ਸ਼ਿਕਾਇਤਾਂ ਵਧੀਆਂ ਹੁਣ ਜਾ ਕੇ ਡਾਟਾ ਸੈੱਲ ਬਣਾਇਆ ਗਿਆ ਜੋ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਨੂੰ ਤੇਜ਼ ਕਰੇਗਾ। ये है कुछ इशू रहा है, कोई ना कोई मिस हो गई है रजिस्ट्रेशन, वो हमने डाटा सेल क्रिएट किया है, वो सारे इशू रिजॉल्व कर रहा है। वो को डाटा सेल स्पेशली इसीलिए क्रिएट किया है कि एक एक बंदे का चेक किया जाए कि किसकी रजिस्ट्रेशन पेंडिंग है, किसकी रह गई है। 6 बंदे बैठे हैं आज भी, वो कर रहे हैं। ਜਦੋਂ ਕਿਸੇ ਵੀ ਸ਼ਖਸ ਨੂੰ ਵੈਕਸੀਨ ਲੱਗਦੀ ਹੈ ਉਸ ਦੀ ਰਜਿਸਟ੍ਰੇਸ਼ਨ ਹੁੰਦੀ ਹੈ ਅਤੇ ਰਜਿਸਟਰ ਮੋਬਾਈਲ ਨੰਬਰ ਤੇ ਇੱਕ SMS ਆਉਂਦਾ ਹੈ ਜਿਸ ਦੇ ਜ਼ਰੀਏ ਕੋਵਿਨ ਐਪ ਤੇ ਜਾ ਕੇ ਸਰਟੀਫਿਕੇਟ ਡਾਊਨਲੋਡ ਕੀਤਾ ਜਾ ਸਕਦਾ ਹੈ। ਪਰ ਲੋਕਾਂ ਨੂੰ ਕਈ ਦਿਨ ਤੋਂ ਇਹ ਮੈਸੇਜ ਨਹੀਂ ਆ ਰਿਹਾ ਸੀ। ਪਹਿਲਾਂ ਤਾਂ ਲੋਕਾਂ ਨੇ ਕਈ ਘੰਟੇ ਲਾਈਨਾਂ 'ਚ ਲੱਗਣ ਬਾਅਦ ਵੈਕਸੀਨ ਲਈ ਤੇ ਜੇ ਮਿਲ ਵੀ ਰਹੀ ਹੈ ਤਾਂ ਕੋਈ ਰਿਕਾਰਡ ਨਹੀਂ ਹੈ। ਇਹ ਮਹਾਮਾਰੀ ਦਾ ਦੌਰ ਹੈ ਤੇ ਸਰਕਾਰੀ ਬਦਇੰਤਜ਼ਾਮੀਆਂ ਇਸ ਦੌਰ 'ਚ ਵੀ ਸਿਖਰ ਤੇ ਨੇ।
ਇੱਥੇ ਰੁਕਦੇ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ, ਪਰ ਬ੍ਰੇਕ ਦੇ ਉਸ ਪਾਰ ਦਿਖਾਵਾਂਗੇ ਕਿ ਆਪਣੀ ਚੇਤਾਵਨੀ ਦੇ ਮੁਤਾਬਿਕ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਦੇ ਵੱਲੋਂ ਕਿਉਂ ਨਹੀਂ ਦਿੱਤਾ ਗਿਆ ਧਰਨਾ। ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਚੇਤਾਵਨੀ ਦਿੱਤੀ ਸੀ ਕਿ ਜੇਕਰ ਚਰਨਜੀਤ ਸਿੰਘ ਚੰਨੀ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਸੋਮਵਾਰ ਤੱਕ ਜਵਾਬ ਨਹੀਂ ਆਇਆ ਤਾਂ ਮਟਕਾ ਚੌਕ ਤੇ ਧਰਨੇ ਤੇ ਬੈਠ ਜਾਣਗੇ। ਪਰ ਇਹ ਧਰਨਾ ਨਹੀਂ ਦਿੱਤਾ ਗਿਆ। ਹਾਲਾਂਕਿ ਜਵਾਬ ਵੀ ਨਹੀਂ ਆਇਆ, ਪਰ ਮੁੱਖ ਮੰਤਰੀ ਦੇ ਵੱਲੋਂ ਭਰੋਸਾ ਜ਼ਰੂਰ ਆ ਗਿਆ ਕਿ ਜਵਾਬ ਜਲਦੀ ਦੇ ਦਿੱਤਾ ਜਾਏਗਾ। ਇਸੇ ਲਈ ਮਨੀਸ਼ਾ ਗੁਲਾਟੀ ਨੇ 2 ਸਾਲ ਪੁਰਾਣੇ ਮਾਮਲੇ ਦੇ ਵਿੱਚ ਜੋ ਨੋਟਿਸ ਲਿਆ ਸੀ ਉਸ ਮਸਲੇ ਦੇ ਵਿੱਚ ਧਰਨਾ ਟਾਲਿਆ। पंजाब राज महिला कमिशन दी चेयरपर्सन ने मुख्यमंत्री दे फोन बाद धरने दा फैसला बदल लिया। कैबिनेट मंत्री चरणजीत सिंह चन्नी दे खिलाफ कैप्टन ने मटका चौक ते लगन वाला धरना यह कह के टलवा दिता कि छेती ही जवाब दे दिता जाएगा। 17 मई नूं 2 वरे तो वध पुराने मामले च महिला कमिशन ने नोटिस लिया ते सरकार तो जवाब मंगिया। ना मिलन दी सूरत च धरने ते बैठण दी चेतावनी दे दित्ती, पर इस दी नौबत ही ना आई। मुख्यमंत्री साहब दा मैनूं अज फोन आया सी क्योंकि आपां जवाब दी अज मंडे तक दा फिक्स कीता सी कि सोमवार तक सानूं जवाब चाहिदा है ते उन्हां ने मैनूं आश्वासन दिता है कि तुहानूं अज जल्दी जवाब आ जाएगा। उम्मीद और वो वैसे भी जवाब आ गया मुख्यमंत्री साहब दा कि तुहानूं जल्दी इहदे बारे च जवाब दे दिता जाएगा। आश्वासन दिता उन्होंने मैनूं ते उम्मीद है कि आज शाम तक या कल तक सानूं जवाब आ जाएगा इन रिटर्न। जिस तरह ही जवाब आएगा मीडिया नूं फॉरवर्ड कर दिता जाएगा। हाले तक नौबत इत्थे तक आई नहीं ना। मटका चौक ते बैठना सिर्फ एक बीइंग ए वुमेन कम्यूनिटी नूं हल्लाशेरी देना सी। कमीशन कोल बहुत पावर ने। ईवन जड़ियां होर पॉलिटिकल पार्टियां सारियां इस अग विच अपने हथ सेकन ते लगियां होईयां ने। उन्हां नूं मेरा एक मैसेज है, अलर्ट रहो किते हथ तुहाडे ही ना जल जाण। ए कमीशन है, कोई पुलिस दा थाना नहीं। चरणजीत सिंह चन्नी ते 2018 च मीटू मुहिम तहत एतराजयोग सुनेहा दे मामलिਆਂ ਨੂੰ ਮੁੜ ਹਵਾ ਦੇਣ ਪਿੱਛੇ ਸਾਥੀ ਲੀਡਰਾਂ ਨੂੰ ਸਾਜ਼ਿਸ਼ ਦਾ ਧੂਆਂ ਉੱਡਦਾ ਨਜ਼ਰ ਆ ਰਿਹਾ ਹੈ ਕਿ ਇਹ 2 ਸਾਲਾਂ ਬਾਅਦ ਔਰ ਉਹ ਵੀ ਵਿਦਆਊਟ ਮੇਰਾ ਖਿਆਲ ਹੈ ਐਨੀ ਕੰਪਲੇਂਟ। ਦੇਖੋ ਮੈਂ ਕਹਿੰਦਾ ਵਿਮਨ ਕਮਿਸ਼ਨ ਹੈਗਾ, ਬਟ ਐਟ ਦਾ ਸੇਮ ਟਾਈਮ ਆਪਾਂ ਇੱਕ ਵਿਮਨ ਦਾ ਹੀ ਟਰਾਇਲ ਕਰੀ ਜਾਂਦੇ ਆ। ਯਾਰ ਇਹ ਕਿੰਨੀ ਮਾੜੀ ਗੱਲ ਹੈ। देखो बदकिस्मती साडी की आ कि जे साडे चीफ मिनिस्टर दे ऑफिस दा जां विमेन कमिशन दी चेयरपर्सन दा इहो जिहा वतीरा हैगा, क्योंकि अल्टीमेटली आपां जिहदे बारे गल कर रहे वो भी एक लेडी है। सो इस करके मैं इहदे ते बिल्कुल गल नहीं करनी चाहुंदा, क्योंकि इदां दीयां चीज़ां जिहड़ियां समाज दे विच चंगीआं नहीं लगदियां। मुआफी भी मंगी सी, मामला मुक गया लगदा सी, पर मुड़ तो मुद्दा पक गया। पंजाब राज महिला कमिशन वालों नोटिस ले लिया गया ते कैबिनेट मंत्री चरणजीत सिंह चन्नी फिर विवादां च आ गए। महिला IAS अफसर नूं एतराजयोग सुनेहे भेजण दे मसले च महिला कमिशन भावें सख्त है, पर मंत्री नूं साथी विधायकां दा पूरा साथ मिल रिहा है। फ्रंट फुट दे विच अज दे लई इन्ना ही। मैनूं दिओ इजाजत, पर लीड स्टोरी दे विच तफसील दे नाल देखना ना भुलना कि क्यों किसान अंदोलन दे एके ते उठ गए ने सवाल अते प्रधान मंत्री नूं भेजी चिट्ठी ते हो गया बवाल।